ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਜੀ ਆਇਆਂ ਨੂੰ। ਅੱਜ ਦੇ ਪੰਜਾਬੀ ਵੀਲੌਗ ਦਾ ਟੌਪਿਕ ਹੈ ਨੀਫੇ ਘੁਮਿਆਰ ਦਾ ਖੋਤਾ ਤੇ ਚੌਧਰੀ ਆਬਦ ਸ਼ੇਰ ਅਲੀ। ਇਸ ਤੋਂ ਪਹਿਲਾਂ ਕਿ ਮੈਂ ਟੌਪਿਕ ਵੱਲ ਆਵਾਂ, ਤੁਹਾਨੂੰ ਚੇਤੇ ਕਰਾ ਦਿਆਂ ਕਿ ਜੇ ਹਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਫੌਰਨ ਕਰ ਲਓ, ਤਾਂ ਕਿ ਇਹ ਚੈਨਲ ਤਗੜਾ ਹੋਵੇ ਔਰ ਇਹਦੀ ਆਵਾਜ਼ ਵੀ ਤਗੜੀ ਹੋਵੇ ਤੇ ਸਾਰੇ ਪਿੰਡਾਂ 'ਚ ਤੇ ਸਾਰੇ ਡੇਰਿਆਂ ਤੱਕ ਮੇਰੀ ਆਵਾਜ਼ ਪਹੁੰਚ ਸਕੇ, ਤਾਂ ਕਿ ਜਿਹੜੀਆਂ ਮੁਸ਼ਕਿਲ ਖਬਰਾਂ ਨੇ, ਜਿਹੜੀਆਂ ਲਿਫਾਫੇ ਘੁਮਾ ਫਿਰਾ ਕੇ ਸਾਡੇ ਪਿੰਡਾਂ ਦੇ ਮਾਸੂਮ ਬੰਦਿਆਂ ਨੂੰ ਪਾਗਲ ਬਣਾਉਣ ਵਾਸਤੇ ਉਹ ਖਬਰਾਂ ਨੂੰ ਆਪਣੇ ਤਰੀਕਾ ਵਾਰਦਾਤ ਨਾਲ ਵੇਚਦੇ ਨੇ, ਉਹਨਾਂ ਖਬਰਾਂ ਨੂੰ ਅਸੀਂ ਨਿਥਾਰ ਕੇ ਤੇ ਸਿੱਧੀਆਂ ਪੱਧਰੀਆਂ ਕਰਕੇ ਤੁਹਾਡੇ ਸਾਹਮਣੇ ਰੱਖੀਏ, ਤਾਂ ਕਿ ਤੁਹਾਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਸੱਚ ਤੇ ਝੂਠ ਕੱਲਾ ਨਿਖਰਿਆ ਹੋਇਆ ਸਾਹਮਣੇ ਨਜ਼ਰ ਆਵੇ। ਹੁਣ ਆਉਨੇ ਜੀ ਅੱਜ ਦੇ ਟੌਪਿਕ ਵਾਸਤੇ। ਟੌਪਿਕ 'ਤੇ ਆਉਣ ਤੋਂ ਪਹਿਲਾਂ ਗੱਲ ਇੱਥੋਂ ਸ਼ੁਰੂ ਕਰਦੇ ਹਾਂ ਕਿ ਤੁਹਾਨੂੰ ਜਿਹੜੇ ਪਿੰਡਾਂ 'ਚ ਰਹਿਣ ਵਾਲੇ ਬੰਦੇ ਨੇ ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਪਿੰਡ ਦੀ ਮਸੀਤ ਹੈ, ਇੱਕ ਤਾਂ ਰੱਬ ਦਾ ਘਰ ਹੈ, ਰੱਬ ਦਾ ਨਾਂ ਲਈਦਾ ਉੱਥੇ, ਤੇ ਉਸ ਤੋਂ ਬਾਅਦ ਪਿੰਡ ਦੀ ਮਸੀਤ ਹੀ ਸਾਡੇ ਵਾਸਤੇ, ਮਸੀਤ ਮਤਲਬ ਮਸਜਿਦ, ਉਹ ਹੀ ਸਾਡੇ ਵਾਸਤੇ ਕਮਿਊਨੀਕੇਸ਼ਨ ਦਾ ਵੀ ਸਭ ਤੋਂ ਵੱਡਾ ਸਿਸਟਮ ਹੁੰਦਾ ਹੈ। ਪਿੰਡ ਜਿਹੜੇ ਨੇ ਉਹ ਸ਼ਹਿਰਾਂ ਤਰ੍ਹਾਂ ਉੱਥੇ ਨਾ ਦੁਕਾਨਾਂ ਨੇ, ਨਾ ਮਹੱਲੇ ਨੇ, ਨਾ ਵਾਰਡ ਨੇ ਉਂਝ ਬਣੇ ਹੋਏ, ਤੇ ਉੱਥੇ ਕੋਈ ਨਾ ਹੀ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਤੇ ਰਕਸ਼ਿਆਂ ਦੇ ਉੱਤੇ ਸਪੀਕਰ ਬੰਨ੍ਹ ਕੇ ਐਲਾਨ ਹੁੰਦੇ ਸਨ, ਤੇ ਹੋਰ ਜਿਹੜੇ ਤਰੀਕੇ ਨੇ ਅਖਬਾਰਾਂ 'ਚ ਇਸ਼ਤਿਹਾਰ ਦੇਣ ਦੇ, ਉਹ ਪਿੰਡਾਂ 'ਚ ਰਾਜ ਨਹੀਂ ਸਨ। ਇਹ ਜਿਹੜਾ ਸਾਡਾ ਜੇਦਾ ਭਰਾ ਹੀ ਹੱਸਣ ਡਿਆ ਨਾ ਇਸ ਵੇਲੇ, ਇਹਨੂੰ ਚਾਚਾ ਜੀ ਜ਼ਰਾ ਪਾਸੇ ਤੇ ਭਾਓ ਥੋੜ੍ਹਾ ਜਿਹਾ, ਇਹਦੇ ਬੜੇ ਦੰਦ ਨਿਕਲਣ ਡਏ ਨੇ ਇਸ ਵੇਲੇ ਮੇਰੀਆਂ ਗੱਲਾਂ ਸੁਣ ਕੇ, ਕਿਉਂਕਿ ਇਹ ਨੇ ਅਜੇ ਲਵੇ ਨਿੱਕੇ ਮੁੰਡੇ, ਇਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਜਿਹੜੀਆਂ ਗੱਲਾਂ ਮੈਂ ਕਰਨ ਡਿਆ ਹਾਂ, ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਮੇਰੀਆਂ ਗੱਲਾਂ ਸਾਰੀਆਂ ਦਾ ਪਤਾ ਹੈ, ਕਿਉਂਕਿ ਹੁਣ ਮੈਨੂੰ ਸਮਝ ਹੈ ਵੀ ਕੁਝ ਪਿੰਡ ਬਦਲ ਗਏ ਨੇ, ਕੁਝ ਤੇ ਅਜੇ ਵੀ ਇਹੋ ਜਿਹੇ ਨੇ, ਪਰ ਬਹੁਤੇ ਸਾਰੇ ਪਿੰਡ ਜਿਹੜੇ ਨੇ ਉਹ ਹੁਣ ਬਦਲ ਗਏ ਨੇ। ਇਸ ਲਈ ਜੇਦਾ ਜਿਹੜਾ ਦੰਦ ਕੱਢਣ ਡਿਆ, ਇਹਨੂੰ ਜ਼ਰਾ ਬਜ਼ੁਰਗੋ ਸਮਝਾਓ ਤਾਂ ਕਿ ਗੱਲ ਪੂਰੀ ਸੁਣੇ ਔਰ ਇਹਨੂੰ ਸਮਝ ਆਵੇ। ਗੱਲ ਵਾਲੇ ਪਾਸੇ ਵਾਪਸ ਆਉਣੇ ਆ। ਅਤੇ ਪਿੰਡਾਂ ਦੇ ਵਿੱਚ ਮਸੀਤ ਹੀ ਜਿਹੜਾ ਨਾ ਕਮਿਊਨੀਕੇਸ਼ਨ ਦਾ ਪੂਰਾ ਸਾਡਾ ਨੈਟਵਰਕ ਸੀ, ਉਹ ਹੀ ਟਵਿੱਟਰ ਸੀ, ਉਹ ਹੀ ਫੇਸਬੁੱਕ ਸੀ, ਅਤੇ ਉਹ ਹੀ ਸਾਰੇ ਕੰਮ ਜਿਹੜੇ ਨਾ ਪਿੰਡਾਂ ਵਾਲਿਆਂ ਨੂੰ, ਜਨਾਜ਼ੇ ਦੇ ਐਲਾਨ ਵੀ ਉੱਥੇ ਹੀ ਹੁੰਦੇ ਸੀ। ਅਤੇ ਜੇ ਪਿੰਡ ਦੇ ਵਿੱਚ ਕੱਪੜੇ ਵਾਲਾ ਆਉਂਦਾ ਸੀ ਡੱਗੀ ਲੈ ਕੇ, ਡੱਗੀ ਹੁੰਦਾ ਜਿਹੜਾ ਬੰਦਾ ਕੱਪੜਾ ਲੈ ਕੇ ਕੱਪੜਾ ਵੇਚਦਾ ਸੀ, ਉਹ ਡੱਗੀ ਵਾਲਾ ਆਉਂਦਾ ਸੀ, ਅਤੇ ਉਹਦਾ ਐਲਾਨ ਵੀ ਜਿਹੜਾ ਉਹ ਮਸੀਤੇ ਹੀ ਹੁੰਦਾ ਸੀ। ਮਸੀਤ 'ਚ ਐਲਾਨ ਹੁੰਦਾ ਸੀ ਕਿ ਬਈ ਚੌਧਰੀ ਰਮਜ਼ਾਨ ਦੀ ਦੇ ਥੜੇ 'ਤੇ ਕੱਪੜੇ ਵਾਲਾ ਆ ਗਿਆ ਫਲਾਨਾ ਡੱਗੀ ਵਾਲਾ, ਅਤੇ ਉਹ ਹੁਣ ਉਹ ਉੱਥੋਂ ਅਗਰ ਤੁਸੀਂ ਆਪਣੇ ਕੱਪੜੇ ਲੈਣੇ ਨੇ, ਜਿੰਨੀਆਂ ਵੀ ਬੀਬੀਆਂ ਭੈਣਾਂ ਮਾਵਾਂ ਨੂੰ ਜਿਹੜੇ ਵੀ ਕੋਈ ਕੱਪੜੇ ਚਾਹੀਦੇ ਨੇ, ਸੋਹਣੇ ਸੁਨੱਖੇ ਨਵੇਂ ਡਿਜ਼ਾਈਨਾਂ ਦੇ ਕੱਪੜੇ ਉੱਥੇ ਆ ਗਏ ਨੇ, ਆ ਕੇ ਅਤੇ ਉੱਥੋਂ ਆਪਣੀ ਮਰਜ਼ੀ ਦੇ ਕੱਪੜੇ ਖਰੀਦ ਲਓ। ਇਸੇ ਤਰੀਕੇ ਨਾਲ ਕਰਮਦੀਨ ਕਸਾਈ ਜਿਹੜਾ ਆਪ ਭਾਵੇਂ ਕਦੇ ਵਿਚਾਰਾ ਮਸੀਤੇ ਨਾ ਗਿਆ ਹੋਵੇ, ਉਹਨੇ ਵੀ ਜਿਸ ਵੇਲੇ ਨਵਾਂ ਕੱਟਾ, ਕੋਈ ਲਵਾ ਕੱਟਾ ਜ਼ਿਬਾ ਕੀਤਾ ਹੁੰਦਾ ਸੀ, ਅਤੇ ਉਹ ਵੀ ਮਸੀਤੇ ਹੀ ਜਾਂਦਾ ਸੀ, ਅਤੇ ਉੱਥੇ 5 ਰੁਪਈਏ ਦਾ ਹਦੀਆ ਦੇ ਕੇ ਅਤੇ ਉੱਥੋਂ ਆਪਣਾ ਐਲਾਨ ਕਰਾਉਂਦਾ ਸੀ ਅਤੇ ਆਪਣਾ ਕੱਟਾ ਵੇਚ ਲੈਂਦਾ ਸੀ। ਅਤੇ ਮਸੀਤੋਂ ਐਲਾਨ ਹੁੰਦਾ ਸੀ ਵੀ ਬਈ ਕਰਮਦੀਨ ਕਸਾਈ ਨੇ ਕੱਟਾ ਕੀਤਾ, ਅਤੇ ਜਿਹਨੂੰ ਗੋਸ਼ਤ ਚਾਹੀਦਾ ਉਹ ਜਾ ਕੇ ਕਰਮਦੀਨ ਦੇ ਫੱਟੇ ਤੋਂ ਲੈ ਆਵੇ। ਬਹਰਹਾਲ ਤੁਹਾਨੂੰ ਕਈ ਇਸ ਵੇਲੇ ਲਿਫਾਫਾ ਸਾਫੀ ਜਿਹੜੇ ਨੇ ਨਾ, ਉਹ ਨਵਾਜ਼ ਸ਼ਰੀਫ ਦੇ ਫੱਟੇ ਦੇ ਥੱਲੇ ਬੈਠੇ ਸਹਿਕਦੇ ਨਜ਼ਰ ਆਉਂਦੇ ਨੇ, ਅਤੇ ਇਸ ਤੋਂ ਤੁਹਾਨੂੰ ਸਮਝ ਆਏਗੀ ਵੀ ਫੱਟੇ ਦੀ, ਕਸਾਈ ਦੀ ਅਤੇ ਫੱਟੇ ਦੇ ਥੱਲੇ ਬਹਿਣ ਦੀ ਅਹਿਮੀਅਤ ਹੈ ਕੀ ਹੈ। ਬਹਰਹਾਲ ਵਾਪਸ ਆਉਣੇ ਪੁਰਾਣੀ ਗੱਲ 'ਤੇ, ਕਿ ਇਸੇ ਤਰ੍ਹਾਂ ਕਰਮਦੀਨ ਇੱਕ ਦਿਨ ਲਤੀਫਾ ਚੇਤੇ ਆ ਗਿਆ ਇਸ ਗੱਲ 'ਚੋਂ, ਕਿ ਕਰਮਦੀਨ ਇੱਕ ਦਿਨ ਨਿਕਲ ਰਿਹਾ ਸੀ ਮਸੀਤੋਂ, ਅਤੇ ਉਹਨੇ ਵੇਖਿਆ ਕਿ ਨੀਫੇ ਘੁਮਿਆਰ ਦਾ ਜਿਹੜਾ ਖੋਤਾ ਹੈ ਉਹ ਆ ਵੜਿਆ ਮਸੀਤ ਦੇ ਵਿੱਚ। ਉਹਨੇ ਖੋਤਾ ਫੜ ਕੇ ਬੰਨ੍ਹ ਲਿਆ ਅਤੇ ਪਾ ਦਿੱਤਾ ਕਰਮਦੀਨ ਨੇ ਰੌਲਾ। ਉਹਨਾਂ ਆਖਿਆ ਖੋਤਾ ਜਿਹੜਾ ਨਜਸ ਜਾਨਵਰ ਹੈ, ਅਤੇ ਇਹ ਪਿੰਡਾਂ ਵਾਲਿਆਂ ਦੇ ਹਿਸਾਬ ਨਾਲ ਮੈਂ ਗੱਲ ਕਰ ਰਿਹਾ, ਬਾਕੀ ਜਾਨਵਰ ਤੇ ਸਾਰੇ ਜਿਹੜੇ ਉਹ ਵੀ ਰੱਬ ਦੇ ਹੀ ਬਣਾਏ ਨੇ। ਅਤੇ ਉਹਨਾਂ ਆਖਿਆ ਕਿ ਜਨਾਬ ਵਾਲਾ ਇਹ ਤਾਂ ਕਰ ਦੇਗਾ ਲਿੱਧ। ਲਿੱਧ ਹੁਣ ਕੀ ਹੁੰਦੀ ਹੈ? ਇਹ ਜਿਹੜਾ ਤੁਹਾਡੇ ਸਾਹਮਣੇ ਮਨੀਰਾ ਹੈ ਨਾ, ਇਹਦੇ ਬੜੇ ਦੰਦ ਨਿਕਲਣ ਡਏ ਨੇ ਇਸ ਗੱਲ 'ਤੇ, ਇਹਨੂੰ ਕਿਤੇ ਪਿੰਡ ਘੱਲੋ, ਇਹ ਉੱਥੇ ਮੋਟਰਸਾਈਕਲ ਚਲਾਵੇ, ਅਤੇ ਅੱਗੋਂ ਫਿਰ ਜਦੋਂ ਡੰਗਰਾਂ ਦੀ ਲਿੱਧ ਉੱਡੇ ਅਤੇ ਇਹਦੇ ਉੱਤੇ ਪਵੇ ਇਹਦੀਆਂ ਅੱਖਾਂ 'ਚ, ਅਤੇ ਇਹਨੂੰ ਲੱਗੇ ਪਤਾ ਵੀ ਲਿੱਧ ਕੀ ਹੁੰਦੀ ਹੈ। ਬਹਰਹਾਲ ਗੱਲ ਇਹ ਹੈ ਕਿ ਉਹ ਨੀਫੇ ਘੁਮਿਆਰ ਦਾ, ਉਹਨਾਂ ਸਾਰਿਆਂ ਆਖਿਆ ਜੀ ਨੀਫੇ ਘੁਮਿਆਰ ਨੂੰ ਬੁਲਾਓ, ਇਹਦਾ ਖੋਤਾ ਕਿਉਂ ਮਸੀਤੇ ਆ ਵੜਿਆ। ਬਹਰਹਾਲ ਪਿੰਡ ਵੀ ਇਕੱਠਾ ਹੋ ਗਿਆ। ਉਹਨੇ ਚਿਰ ਨੂੰ ਨੀਫਾ ਘੁਮਿਆਰ ਖੋਤਾ ਲੱਭਦਾ ਲੱਭਦਾ ਉੱਥੇ ਆ ਵੜਿਆ। ਉਹਨਾਂ ਨੀਫੇ ਘੁਮਿਆਰ ਨੂੰ ਫੜਿਆ। ਕਰਮਦੀਨ ਅਤੇ ਦੂਜੇ ਪਿੰਡ ਵਾਲੇ ਜਾ ਲਗਾਏ ਮੌਲਵੀ ਸਾਹਿਬ ਦੇ ਅੱਗੇ। ਉਹਨਾਂ ਆਖਿਆ ਜੀ ਇਹਨੂੰ ਸਜ਼ਾ ਦਿਓ ਨੀਫੇ ਨੂੰ, ਇਹਦਾ ਖੋਤਾ ਜਿਹੜਾ ਨਾ ਮਸੀਤੇ ਆ ਵੜਿਆ। ਨੀਫੇ ਘੁਮਿਆਰ ਨੇ ਜਿਹੜਾ ਹੱਥ ਜੋੜ ਕੇ ਆਖਿਆ ਵੀ ਮੌਲਵੀ ਸਾਹਿਬ ਮਾਸੂਮ ਹੈ, ਗਲਤੀ ਨਾਲ ਆ ਵੜਿਆ, ਕਦੀ ਮੈਨੂੰ ਵੇਖਿਆ ਜੇ ਮਸੀਤੇ ਮੈਂ ਵੜਿਆ ਕਦੇ। ਅਤੇ ਇਸ ਤੋਂ ਗੱਲ ਤੋਂ, ਇਸ ਲਤੀਫੇ ਤੋਂ, ਨੀਫੇ ਘੁਮਿਆਰ ਤੋਂ ਅਤੇ ਉਹਦੇ ਖੋਤੇ ਤੋਂ ਯਾਦ ਆਇਆ ਕਿ ਕੱਲ੍ਹ ਚੌਧਰੀ ਆਬਦ ਸ਼ੇਰ ਅਲੀ ਵੀ ਜਾ ਮਸੀਤੇ ਵੜਿਆ ਐਲਾਨ ਕਰਾਉਣ ਵਾਸਤੇ। ਹਾਂਜੀ, ਕੱਲ੍ਹ ਫੈਸਲਾਬਾਦ ਦੀਆਂ ਮਸੀਤਾਂ 'ਚ ਕੀ ਐਲਾਨ ਹੁੰਦਾ ਰਿਹਾ, ਇਹ ਜ਼ਰਾ ਸੁਣੋ। सुन लो, एक दफा ऐलान फिर सुने, सुन लो ध्यान ना। अब जिन खवातीन हज़रात ने बेनज़ीर हेलो और असास प्रोग्राम में सुनाओ कैसी तबीयत है हुण दरखास्तें जमा करवाई थी, चुप, उनके पैसे लग चुके हैं। ले
हाँ जी, अपना शनाख्ती चोरों के कार्ड पास चले जाएं। हलाल रोड राना अवैस चेयरमैन साहब हाँ जी, के दफ्तर में तशरीफ ले आए। हाँ जी, नजदीक अलाइड स्कूल हाँ जी, और बच्चों के हाँ जी, स्कूल के वजीफे के फॉर्म भी हासिल कर लें ठीक हो गया। और सस्ते राशन के लिए दरखास्तें भी जमा करवा लें। मैं कहा जी ओके हो गया। ऐलान राना अवैस चेयरमैन साहब ਹੁਣ ਵੋਟ ਤੁਹਾਡਾ ਹੀ ਹੈ। चौधरी आबद शेर अली साहब अल्लाह खैर की तरफ करे। से किया जा रहा है। ठीक हो गया, शुक्रिया। ਓਕੇ ਹੋ ਗਿਆ। ਤੁਸੀਂ ਸੁਣ ਲਿਆ ਹੈ ਕਿ ਮਸੀਤਾਂ 'ਚੋਂ ਐਲਾਨ ਹੋ ਰਿਹਾ ਹੈ ਕਿ ਜਿਹੜੇ ਲੋਕਾਂ ਨੇ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਤੇ ਅਹਿਸਾਸ ਪ੍ਰੋਗਰਾਮ ਜਿਹੜਾ ਇਮਰਾਨ ਖਾਨ ਦਾ ਹੈ ਉਹਦੇ ਪੈਸੇ ਲੈਣੇ ਨੇ, ਉਹ ਆਪਣੇ ਆਪਣੇ ਸ਼ਨਾਖਤੀ ਕਾਰਡ ਲੈ ਕੇ ਤੇ ਉਹ ਫਲਾਣੇ ਸਕੂਲ ਦੇ ਸਾਹਮਣੇ ਪਹੁੰਚ ਜਾਓ। ਹੁਣ ਆਬਦ ਸ਼ੇਰ ਅਲੀ ਵੀ ਗਰੀਬ ਕਦੇ ਭਾਵੇਂ ਨੀਫੇ ਘੁਮਿਆਰ ਦੇ ਖੋਤੇਆਰ ਹੁਣ ਖੋਤੇ ਇੱਕ ਤੇ ਆ ਮੁੰਡੇ ਦੰਦ ਬੜੇ ਕੱਢਦੇ ਨੇ। ਬਜ਼ੁਰਗੋ ਇਹ ਗੱਲ ਮੈਨੂੰ ਪੂਰੀ ਨਹੀਂ ਕਰਨ ਦਿੰਦੇ, ਜੇ ਇੰਜ ਕਰੋਗੇ ਤੇ ਫਿਰ ਵੀਲੌਗ ਪੂਰਾ ਨਹੀਂ ਹੋ ਸਕਦਾ, ਫਿਰ ਮੈਨੂੰ ਵੀਲੌਗ ਸ਼ਾਰਟ ਕਰਨਾ ਪਏਗਾ। ਜਿਹੜੇ ਇਹ ਨਿਆਣੇ ਖਿਆਣੇ ਮੁੰਡੇ ਸ਼ੁੰਡੇ ਦੰਦ ਕੱਢਦੇ ਨੇ ਇਹਨਾਂ ਨੂੰ ਜ਼ਰਾ ਪਾਸੇ ਤੇ ਭਾਓ ਤਾਂ ਕਿ ਗੱਲ ਪੂਰੀ ਹੋ ਸਕੇ। ਇਹ ਬਜ਼ੁਰਗਾਂ ਤੁਹਾਨੂੰ ਪੌਲੇ ਮਾਰਨੇ ਨੇ ਤੇ ਫਿਰ ਤੁਹਾਨੂੰ ਪਤਾ ਲੱਗਣਾ ਗੱਲ ਸੁਣੀ ਦੀ ਪੁੱਤਰ, ਪਹਿਲੇ ਗੱਲ ਸੁਣੋ ਪੂਰੀ। ਬਹਰਹਾਲ ਗੱਲ ਇਹ ਹੈ ਕਿ ਇਹ ਲਿੱਦ ਤੇ ਖੋਤੇ ਤੋਂ ਐਵੇਂ ਨਾ ਹੱਸਣਾ ਸ਼ੁਰੂ ਨਾ ਕਰੋ ਆਬਦ ਸ਼ੇਰ ਅਲੀ ਸਾਹਿਬ ਦੇ ਉੱਤੇ। ਮੈਂ ਤਾਂ ਸਿਰਫ ਤੁਹਾਨੂੰ ਇੱਕ ਗੱਲ ਇੰਨੀ ਗੱਲ ਕਰ ਰਿਹਾ ਕਿ ਕੱਲ ਉਹ ਵੀ ਐਲਾਨ ਕਰਾਉਣ ਵਾਸਤੇ ਨੀਫੇ ਘੁਮਿਆਰ ਤਰ੍ਹਾਂ ਜਾ ਵੜੇ ਉੱਥੇ ਮਸੀਤੇ ਤੇ ਉਹਨਾਂ ਐਲਾਨ ਕਰਾਤਾ। ਲੇਕਿਨ ਇਸ ਤੋਂ ਪਹਿਲਾਂ ਜ਼ਰਾ ਗੱਲ ਨੂੰ ਚੇਤਾ ਕਰੋ, ਚੰਗੀ ਤਰ੍ਹਾਂ ਚੇਤੇ ਕਰੋ ਗੱਲ ਨੂੰ ਕਿ ਇਹਨਾਂ ਹੀ ਨਹੀਂ ਆ ਕੇ ਕੰਬਖਤਾਂ ਨੇ ਹੈਲਥ ਕਾਰਡ ਬੰਦ ਕੀਤਾ ਸੀ। ਹੈਲਥ ਕਾਰਡ ਉਹ ਇੱਕ ਸਹੂਲਤ ਇਮਰਾਨ ਖਾਨ ਲੈ ਕੇ ਆਇਆ ਸੀ। ਤੁਹਾਨੂੰ ਸਾਰਿਆਂ ਨੂੰ ਚੇਤੇ ਹੈ ਕਿ ਹਰ ਘਰ ਦੇ ਬੰਦੇ ਨੂੰ ਇਮਰਾਨ ਖਾਨ ਨੇ 7 ਤੋਂ 10 ਲੱਖ ਰੁਪਈਆ ਕਮ ਸੇ ਕਮ, ਇਸ ਤੋਂ ਬਹੁਤੇ ਵੀ ਲੱਭ ਸਕਦੇ ਸੀ ਜੇ ਬਿਮਾਰੀ ਵੱਡੀ ਹੋਵੇ, ਹਰ ਬੰਦੇ ਨੂੰ, ਗਰੀਬ ਅਮੀਰ ਨੂੰ ਨਹੀਂ, ਪੀਪਲ ਪਾਰਟੀ ਦੇ ਤੇ ਨੂਨ ਲੀਗ ਦੇ ਤੇ ਪੀਟੀਆਈ ਦੇ ਵੋਟਰ ਨੂੰ ਨਹੀਂ। ਇਹ ਫਲਾਣੇ ਚੌਧਰੀ ਨੂੰ ਬੰਦਾ ਪਸੰਦ ਇਹਦਾ ਨਾਮ ਪਾਤਾ ਤੇ ਦਾ ਕੱਢ ਦਿੱਤਾ ਉਹ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਤਰ੍ਹਾਂ, ਉਂਝ ਨਹੀਂ, ਹਰ ਬੰਦੇ ਨੂੰ ਪੰਜਾਬ ਦੇ ਵਿੱਚ ਕੇਪੀ ਦੇ ਵਿੱਚ ਜਿੰਨੇ ਵੀ ਸ਼ਹਿਰੀ ਸਨ ਹਰ ਬੰਦੇ ਨੂੰ ਉਹ ਕਾਰਡ ਦੇ ਦਿੱਤਾ। ਪਿੰਡ ਦੇ ਹਰ ਬੰਦੇ ਕੋਲੋਂ ਕਾਰਡ ਸੀ, ਸ਼ਹਿਰ ਦੇ ਹਰ ਬੰਦੇ ਕੋਲੋਂ ਕਾਰਡ ਸੀ। ਉਸ ਕਾਰਡ ਦੇ ਉੱਤੇ ਕੋਈ ਬਿਮਾਰੀ ਵੀ ਘਰ 'ਚ ਹੋ ਜਾਏ ਤੇ ਤੁਸੀਂ 7-10 ਲੱਖ ਰੁਪਈਏ ਦਾ, ਉਸ ਤੋਂ ਬਹੁਤਾ ਵੀ ਅਗਰ ਬਿਮਾਰੀ ਕੋਈ ਬਹੁਤੀ ਮੂਜ਼ੀ ਹੋ ਜਾਏ ਤੇ ਉਹ ਸਪੈਸ਼ਲ ਪਰਮਿਸ਼ਨ ਦੇ ਉੱਤੇ 10 ਲੱਖ ਤੋਂ ਬਹੁਤੇ ਪੈਸੇ ਵੀ ਲੱਭਦੇ ਸੀ। ਉਹ ਆਪਣਾ ਜਾ ਕੇ ਪ੍ਰਾਈਵੇਟ ਹਸਪਤਾਲ ਜਿੱਥੋਂ ਅਮੀਰ ਲੋਕ ਇਲਾਜ ਕਰਾਉਂਦੇ ਨੇ ਤੁਸੀਂ ਵੀ ਕਰਾ ਸਕਦੇ ਸੋ। ਲਾਹੌਰ ਦੇ ਵੱਡੇ ਵੱਡੇ ਮੰਨੇ ਪਰਮੰਨੇ ਹਸਪਤਾਲਾਂ ਦੇ ਵਿੱਚ ਮਾੜਾ ਬੰਦਾ ਵੀ ਬੜੀ ਆਪਣੀ ਅਣਖ ਦੇ ਨਾਲ ਬੂਹਾ ਖੋਲ੍ਹ ਕੇ ਉਹਦਾ ਤੇ ਅੰਦਰ ਜਾ ਪੈਂਦਾ ਸੀ ਤੇ ਕਾਰਡ ਵਿਖਾ ਕੇ ਆਪਣਾ ਇਲਾਜ ਕਰਵਾਉਂਦਾ ਸੀ। ਇਹਨਾਂ ਮੂਰਖਾਂ ਨੇ ਸਭ ਤੋਂ ਪਹਿਲਾਂ ਤੇ ਆ ਕੇ ਉਹ ਕਾਰਡ ਖੋਇਆ ਗਰੀਬਾਂ ਦੇ ਕੋਲੋਂ, ਸਿਰਫ ਇਸ ਤੋਂ ਕਿ ਇਮਰਾਨ ਖਾਨ ਦਿੱਤਾ ਸੀ ਉਹਨੂੰ ਬੰਦ ਕੀਤਾ। ਫਿਰ ਇਹਨਾਂ ਨੇ ਬਾਕੀ ਸਾਰੇ ਕੰਮ ਵੀ ਬੰਦ ਕੀਤੇ। ਇੱਥੋਂ ਤੱਕ ਅੱਪੜ ਗਏ ਉਹਦੀ ਦੁਸ਼ਮਣੀ 'ਚ ਕਿ ਜਿਹੜਾ ਕੈਂਸਰ ਹਸਪਤਾਲ ਹੈ ਸ਼ੌਕਤ ਖਾਨਮ, ਜਿਹੜੇ 2 ਚੱਲ ਰਹੇ ਨੇ, ਲਾਹੌਰ ਵਾਲਾ ਔਰ ਪਸ਼ਾਵਰ ਵਾਲਾ ਤੇ ਤੀਸਰਾ ਕਰਾਚੀ ਚੱਲਣ ਵਾਲਾ ਹੈ। ਦੁਨੀਆ 'ਚ ਆਪਣੀ ਮਿਸਾਲ ਹੈ, ਦੁਨੀਆ 'ਚ ਕਿਤੇ ਕੈਂਸਰ ਦਾ ਇਲਾਜ ਇਵੇਂ ਫ੍ਰੀ ਨਹੀਂ ਹੁੰਦਾ ਜਿਵੇਂ ਉਹਨਾਂ ਹਸਪਤਾਲਾਂ 'ਚ ਗਰੀਬਾਂ ਦਾ ਹੁੰਦਾ ਹੈ। ਔਰ ਇਹ ਤੇ ਅਮਰੀਕਾ 'ਚ ਵੀ ਨਹੀਂ ਹੁੰਦਾ, ਜੇ ਮੈਂ ਤੁਹਾਨੂੰ ਸੱਚੀ ਦੱਸਾਂ, ਜੋ ਉੱਥੇ ਹੁੰਦਾ। ਔਰ ਇਹ ਵਰਲਡ ਕਲਾਸ ਹਸਪਤਾਲ ਨੇ ਔਰ ਇਮਰਾਨ ਖਾਨ ਬਣਾਏ ਨੇ। ਤੇ ਇਹ ਕੋਈ ਹਸਪਤਾਲ ਤੇ ਅੱਜ ਤੱਕ ਨਹੀਂ ਬਣਾ ਸਕੇ ਜਿੱਥੋਂ ਬਾਜੀ ਮਰੀਮ ਦੀ ਸਰਜਰੀ ਹੋ ਜਾਏ ਜਾਂ ਅੱਲਾ ਉਹਨਾਂ ਨੂੰ, ਸਾਡੀ ਭੈਣ ਅੱਲਾ ਉਹਨੂੰ ਸਿਹਤ ਦੇਵੇ ਵੈਸੇ, ਤੇ ਨਵਾਜ਼ ਸ਼ਰੀਫ ਸਾਹਿਬ ਦਾ ਇਲਾਜ ਹੋ ਜਾਏ ਜਾਂ ਸ਼ਬਾਜ਼ ਸ਼ਰੀਫ ਦਾ ਹੋ ਜਾਏ। ਆਪ ਇਹਨਾਂ ਲੰਦਨ ਹੀ ਇਲਾਜ ਕਰਾਉਣਾ। ਲੇਕਿਨ ਜਿਹੜਾ ਇਮਰਾਨ ਖਾਨ ਮਾੜੇ ਬੰਦਿਆਂ ਵਾਸਤੇ, ਗਰੀਬਾਂ ਵਾਸਤੇ ਹਸਪਤਾਲ ਬਣਾ ਦਿੱਤਾ, ਉਸ ਹਸਪਤਾਲ ਦੇ ਉੱਤੇ ਵੀ ਖਵਾਜੇ ਆਸਫ ਵਰਗੇ ਜਿਹੜੇ ਲਲਾਰੀ ਨੇ ਉਹਦੇ ਉੱਤੇ ਵੀ ਤਾਨੇ ਤੇ ਹੁਜਤਾਂ ਤੇ ਗੱਲਾਂ ਕਰਦੇ ਰਹੇ ਵੀ ਉਹ ਵੀ ਕਿਸ ਤਰ੍ਹਾਂ ਬੰਦ ਹੋ ਜਾਏ। ਚਲੋ ਹੁਣ ਆਬਦ ਸ਼ੇਰ ਅਲੀ ਤੇ ਨੀਫੇ ਘੁਮਾਰ ਦੇ ਖੋਤੇ ਤੇ ਮਸੀਤ 'ਤੇ ਵਾਪਸ ਆਉਣੇ ਆ। ਤੇ ਕੱਲ ਆਬਦ ਸ਼ੇਰ ਅਲੀ ਸਾਹਿਬ ਜਿਹੜੇ ਨੇ ਉਹ ਜਾ ਵੜੇ ਮਸੀਤੇ ਹੋਣ ਤੇ ਐਲਾਨ ਇਹ ਕਰਵਾਇਆ ਕਿ ਫਲਾਣੇ ਸਕੂਲ ਆ ਕੇ ਜਿਹੜੇ ਆਪਣੇ ਸ਼ਨਾਖਤੀ ਕਾਰਡ ਲੈ ਕੇ ਬੀਬੀਆਂ ਭੈਣਾਂ ਸਾਰੀਆਂ ਆ ਜਾਣ ਤਾਂ ਕਿ ਤੁਹਾਨੂੰ ਪੈਸੇ ਦਈਏ। ਇਹਨਾਂ ਆਵਾਮ ਨੂੰ ਜਿਹੜਾ ਨਾ ਉਹ ਝੂਰਾ ਸਮਝਿਆ। ਵੇਖੋ ਜ਼ਰਾ ਇਹਨਾਂ ਦੇ ਕੰਮ, ਵੇਖੋ ਜ਼ਰਾ ਇਹਨਾਂ ਦੇ। ਸਾਰਿਆਂ ਲੋਕਾਂ ਨੂੰ ਮੈਂ ਦੱਸ ਦਿਆਂ ਚੰਗੀ ਤਰ੍ਹਾਂ ਵੀ ਅਹਿਸਾਸ ਪ੍ਰੋਗਰਾਮ ਦੇ ਪੈਸੇ ਲੈਣ ਵਾਸਤੇ ਤੁਹਾਨੂੰ ਕਿਸੇ ਨੂੰ ਸ਼ਨਾਖਤੀ ਕਾਰਡ ਦੇਣ ਦੀ ਜਾਂ ਕੋਈ ਫਾਰਮ ਭਰਨ ਦੀ ਲੋੜ ਨਹੀਂ ਹੈ, ਨਾ ਦਰਖਾਸਤ ਦੇਣ ਦੀ। ਉਹ ਤੇ ਆਟੋਮੈਟਿਕ ਤੁਹਾਡੇ ਬੈਂਕ 'ਚ ਆਉਂਦੇ ਨੇ। ਉਹ ਤੇ ਨਾ ਤੁਹਾਨੂੰ ਕੋਈ ਇੰਜ ਦੇ ਸਕਦਾ ਤੇ ਨਾ ਲੈ ਸਕਦਾ। ਇਹਨਾਂ ਲੋਕਾਂ ਨੂੰ ਬਣਾਉਣਾ ਹੈ ਪਾਗਲ। ਅਸਲ ਮਕਸਦ ਕੀ ਹੈ? ਅੱਜ ਕੱਲ੍ਹ ਸੀਜ਼ਨ ਹੈ ਸ਼ਨਾਖਤੀ ਕਾਰਡਾਂ ਦਾ, ਕਿਉਂਕਿ ਅੱਗੋਂ ਆ ਗਏ ਨੇ ਵੋਟ। ਮਾੜੇ ਬੰਦਿਆਂ ਦੇ ਇਹਨਾਂ ਸ਼ਨਾਖਤੀ ਕਾਰਡ ਘੁੱਟਣੇ ਨੇ ਇਸ ਤਰੀਕੇ ਨਾਲ। ਤੇ ਇਹ ਜਿਹੜਾ ਨਾ ਕਦੇ ਨੀਫੇ ਘੁਮਿਆਰ ਦਾ ਖੋਤਾ ਵੜਿਆ ਸੀ ਮਸੀਤੇ ਤੇ ਨਾ ਆਬਦ ਸ਼ੇਰ ਅਲੀ, ਤੇ ਜਿਹੜਾ ਚੌਧਰੀ ਆਬਦ ਸ਼ੇਰ ਅਲੀ ਮਸੀਤਾਂ ਜਾ ਵੜਿਆ ਨਾ ਐਲਾਨ ਕਰਾਉਣ ਵਾਸਤੇ, ਇਹ ਰੌਲਾ ਹੈ। ਉਹ ਸ਼ਨਾਖਤੀ ਕਾਰਡ ਇਹਨੇ ਹਥਿਆਉਣੇ ਨੇ ਔਰ ਮਕਸਦ ਦਾ ਸਿਰਫ ਇੰਨਾ ਵੀ ਜਿਸ ਵੇਲੇ ਉਹ ਮਾਸੂਮ ਲੋਕ ਐਲਾਨ ਸੁਣਨਗੇ ਤੇ ਰੁਪਈਏ ਲੈਣ ਵਾਸਤੇ ਭੁੱਖ ਨਾ ਮਰਦੇ ਜਿੰਨੀ ਇਹਨਾਂ ਨੇ ਇਸ ਵੇਲੇ ਮਹਿੰਗਾਈ ਕਰ ਛੱਡੀ ਹੈ ਗਰੀਬਾਂ ਦੀ, ਤੇ ਇਹਨਾਂ ਨੇ ਥੁੰਬ ਕੱਢ ਕੇ ਰੱਖ ਦਿੱਤੀ ਹੈ। ਤੇ ਜਿੰਨੀ ਇਹਨਾਂ ਮਹਿੰਗਾਈ ਕਰਾ ਦਿੱਤੀ ਹੈ ਉਸ ਤੋਂ ਬਾਅਦ ਇਹ ਹੁਣ ਲੋਕਾਂ ਮਰਦੇ ਕੀ ਨਾ ਕਰਦੇ ਉੱਥੇ ਜਾਣਗੇ, ਸ਼ਨਾਖਤੀ ਕਾਰਡ ਦੇਣਗੇ ਤੇ ਇਹਨਾਂ ਸ਼ਨਾਖਤੀ ਕਾਰਡ ਫੜ ਕੇ ਡੱਬੇ ਲਾਉਣਾ
ਤੇ ਉਹਨੂੰ ਘੁੱਟ ਜਾਣਾ ਤੇ ਫਿਰ ਵੋਟਾਂ ਵਾਲੇ ਦਿਨ ਇਹਨਾਂ ਉਹ ਹੀ ਗਾਇਬ ਕਰ ਦੇਣਾ। ਕਿਉਂ? ਕਿਉਂਕਿ ਅਹਿਸਾਸ ਪ੍ਰੋਗਰਾਮ ਵਾਲੇ ਤੇ ਬਹੁਤੇ ਇਮਰਾਨ ਖਾਨ ਵਾਲੇ ਹੀ ਨੇ ਨਾ, ਉਹਨਾਂ ਦੇ ਦਿਲ ਦੇ ਵਿੱਚ ਤੇ ਇਮਰਾਨ ਖਾਨ ਦਾ ਖਿਆਲ ਹੋਣਾ ਜਿਹਨੇ ਉਹਨਾਂ ਦਾ ਖਿਆਲ ਕੀਤਾ। ਇਸ ਵਾਸਤੇ ਇਸ ਕੰਮ ਤੋਂ, ਇਸ ਫਰਾਡ ਤੋਂ ਬਚੋ, ਨੀਫੇ ਘੁਮਿਆਰ ਦੇ ਖੋਤੇ ਤੋਂ ਵੀ ਬਚੋ ਤੇ ਚੌਧਰੀ ਆਬਦ ਸ਼ੇਰ ਅਲੀ ਤੋਂ ਵੀ ਬਚੋ। ਦੋਵੇਂ ਮਸੀਤੇ ਜਾ ਵੜੇ ਜੇ, ਇਹ ਖੈਰ ਨਹੀਂ ਹੋਣੀ ਇੱਥੇ ਕੋਈ। ਇਹ ਦੋਵੇਂ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਗੰਦ ਪਾਉਣਗੇ। ਖੋਤਾ ਕਿਹੜਾ ਗੰਦ ਪਾਏਗਾ ਤੁਹਾਨੂੰ ਪਤਾ ਹੈ, ਤੇ ਚੌਧਰੀ ਆਬਦ ਸ਼ੇਰ ਅਲੀ ਨੇ ਜਿਹੜਾ ਗੰਦ ਪਾਉਣਾ ਉਹ ਸਿਆਸੀ ਪਾਉਣਾ ਜੇ। ਅੱਛਾ, ਦੂਸਰੀ ਗੱਲ ਜਿਹੜੀ ਤੁਹਾਡੇ ਅੱਗੇ ਰੱਖਣੀ ਹੈ ਛੇਤੀ ਛੇਤੀ, ਕਿਉਂਕਿ ਟਾਈਮ ਜਿਹੜਾ ਉਹ ਜ਼ਿਆਦਾ ਹੋ ਗਿਆ ਤੇ ਬਜ਼ੁਰਗ ਤੇ ਬੈਠੇ ਨੇ ਪਰ ਇਹ ਮੁੰਡੇ ਖੁੰਡੇ ਉੱਠਣਾ ਚਾਹੁੰਦੇ ਨੇ, ਇਸ ਲਈ ਦੂਜੀ ਤੁਹਾਡੇ ਸਾਹਮਣੇ ਖਬਰ ਰੱਖਣੀ ਹੈ ਵੀ ਲਾਹੌਰ 'ਚ ਨਾ ਕਰਵਾ ਬੈਠੇ ਨੇ ਇੱਕ ਸਰਵੇ। ਇਹ ਆਂਦੇ ਸਨ ਸ਼ਰੀਫਾਂ ਦਾ ਕਿਲ੍ਹਾ ਹੈ ਲਾਹੌਰ, ਉਹ ਸਰਵੇ ਕਰਵਾਇਆ ਜੇ। ਤੇ ਇਹ ਗੱਲ ਅਸੀਂ ਨਹੀਂ ਆਖਣ ਡਏ, ਇਹ ਗੱਲ ਦੱਸਣ ਡਏ ਨੇ ਨੂਨ ਲੀਗ ਦੇ ਆਪਣੇ ਬੰਦੇ। ਇਹ ਨੂਨ ਲੀਗ ਦੇ ਉਹ ਬੰਦੇ ਸਾਫੀ ਜਿਹੜੇ ਉਹਨਾਂ ਦੇ ਨਵਾਜ਼ੇ ਹੋਏ ਨੇ, ਉਹ ਦੱਸਣ ਡਏ ਨੇ ਕਿ ਜਿਹੜਾ ਸਰਵੇ ਕਰਾਇਆ ਨਾ ਉਹਦੇ 'ਚ ਵੀ ਥੋੜ੍ਹਾ ਜਿਹਾ ਝੂਠ ਹੈ, ਲੇਕਿਨ ਬਹਰਹਾਲ ਚਲੋ ਮੰਨ ਲੈਂਦੇ ਉਹਨਾਂ ਦੀ ਗੱਲ। ਉਹ ਆਉਂਦੇ ਨੇ ਕਿ ਉਹਦੇ 'ਚੋਂ ਲਾਹੌਰ ਦੇ ਜਿਹੜੇ 18-20 ਹਲਕੇ ਨੇ, ਸਿਰਫ 3 ਹਲਕੇ ਜਿਹੜੇ ਨੇ ਉੱਥੋਂ ਨੂਨ ਲੀਗ ਜਿੱਤ ਸਕਦੀ ਉਹਨਾਂ ਦੇ ਵਿੱਚੋਂ। ਹੈ ਵੀ ਝੂਠ ਜੇ 3 ਵੀ ਕੋਈ ਨਹੀਂ। ਮੈਨੂੰ ਦੱਸੋ ਲਾਹੌਰ 'ਚੋਂ ਕਿਹੜਾ ਕੋਨਾ ਹੈ ਜਿੱਥੇ ਲੋਕ ਏਡੇ ਡੰਗਰ ਨੇ ਕਿ ਉਹ ਅੱਖੀਂ ਮੱਖੀ ਖਾਣਗੇ? ਵੇਖੀ ਕਿਸੇ ਬੰਦੇ ਨਹੀਂ ਜੇ ਖਾਣੀ। ਇਸ ਵਾਸਤੇ ਇਹ ਬਿਲਕੁਲ ਮੁਕੰਮਲ, ਇਹ ਵੀ ਫਰਾਡ ਹੈ ਤਿੰਨਾਂ ਵਾਲਾ, ਲੇਕਿਨ ਜੇ ਮੰਨ ਵੀ ਲਵੋ ਤਾਂ ਤੁਹਾਨੂੰ ਇੱਥੋਂ ਸਮਝ ਆਏਗੀ ਵੀ ਇਹ ਨੀਫੇ ਘੁਮਿਆਰ ਦਾ ਖੋਤਾ ਤੇ ਚੌਧਰੀ ਆਬਦ ਸ਼ੇਰ ਅਲੀ ਇਹ ਮਸੀਤੇ ਕਿਉਂ ਜਾ ਵੜੇ ਨੇ। ਰੱਬ ਰਾਖਾ।